ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਲਾਹੀ ਸਾਲਾ ਇਤੀ ਸੁਰਤ ਨ ਪਾਈਐ, ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ। ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ। ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਐ, ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ। ਪਰਮ ਸਨਮਾਨਯੋਗ ਚੌਰ ਤਖਤ ਦੇ ਮਾਲਕ, ਦੋ ਜਹਾਂ ਵਾਲੀ ਗਰੀਬ ਨਿਵਾਜ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਆਵੋ ਗੁਰੂਦੇਵ ਦੀ ਸਿਫਤ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਜੀ ਦੀ ਬਖਸ਼ਿਸ਼ ਹਾਸਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਨਿਵਾਵੋ ਸੀਸ। ਅਦਬ ਸਹਿਤ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਅਮੋਲਕ ਰਚਨਾ ਸਰਬੱਤ ਦੇ ਕਲਿਆਣ ਲਈ ਹੈ, ਕਿਸੇ ਇੱਕ ਧਰਮ ਲਈ, ਇੱਕ ਫਿਰਕੇ ਲਈ, ਕਿਸੇ ਖਾਸ ਖੇਤਰ ਲਈ ਨਹੀਂ,
ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਵਿਚਾਰ ਸਰਬੱਤ ਦੇ ਭਲੇ ਦੀ ਹੈ। ਇਹ ਉਹ ਜਹਾਜ਼ ਹੈ ਜਿਸ ਦੀ ਕੋਈ ਸੀਮਾ ਨਹੀਂ, ਜਿਹਦੇ ਉੱਤੇ ਜਿੰਨੇ ਮਰਜ਼ੀ ਸਵਾਰ ਹੋ ਜਾਣ ਔਰ ਪਾਰ ਲੰਘ ਜਾਣ। ਤਾਈਓ ਇਸ ਵਿਚਾਰ ਦਾ ਨਾਮ ਵੀ ਨਾਨਕ ਬੇੜੀ ਸੱਚ ਕੀ ਰੱਖਿਆ ਗਿਆ। ਤੇ ਤਰਾਂਗੇ ਕਿੱਦਾਂ? ਤਰੀਏ ਗੁਰ ਵਿਚਾਰ। ਤੋ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ 23ਵੀਂ ਪੌੜੀ ਵਿੱਚ ਅੱਜ ਜੋ ਬਖਸ਼ਿਸ਼ਾਂ ਦਾ ਖਜ਼ਾਨਾ ਖੋਲ੍ਹਿਆ, ਉਹ ਖਜ਼ਾਨਾ ਇੰਨਾ ਕੁ ਅਮੋਲਕ ਹੈ ਕਿ ਅਸੀਂ ਸਾਰਾ ਹੀ ਜੀਵਨ ਉਹਨੂੰ ਫਰੋਲਦੇ ਰਹੀਏ ਤੇ ਇੰਨਾ ਬੇਸ਼ੁਮਾਰ ਮਾਲਾ ਮਾਲ ਹੋ ਸਕਦਾ ਹੈ ਇਨਸਾਨ, ਜਿੱਥੇ ਕਿਤੇ ਤੋਟ ਨਹੀਂ ਆ ਸਕਦੀ। ਕੋਈ ਖਜ਼ਾਨਾ ਕਿਤੋਂ ਸਰਕਾਰ ਨੂੰ ਲੱਭ ਜਾਏ ਨਾ, ਤੇ ਉਹ ਖੋਜ ਕੇ 2 ਮਹੀਨਿਆਂ 'ਚ, 4 ਮਹੀਨਿਆਂ 'ਚ, 6 ਮਹੀਨਿਆਂ 'ਚ ਉਹਨੂੰ ਮੁਕਾ ਦਿੰਦੇ, ਕੱਢ ਕੇ ਲੈ ਗਏ। ਬੜੇ ਬੜੇ ਅਸਥਾਨਾਂ ਤੋਂ ਖਜ਼ਾਨੇ ਮਿਲੇ, ਪਰ ਅੰਤ ਖਤਮ ਹੋ ਜਾਣ ਦਾ ਖਦਸ਼ਾ ਰਿਹਾ, ਮੁੱਕ ਜਾਣ ਦਾ ਡਰ ਰਿਹਾ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਦੋਂ ਖਜ਼ਾਨਾ ਖੁੱਲ੍ਹਦਾ ਹੈ, ਇਹ ਫਿਰ ਕਦੇ ਖਤਮ ਨਹੀਂ ਹੁੰਦਾ। ਔਰ ਇਹ ਜਦੋਂ ਤੱਕ ਦੁਨੀਆ ਰਹੇਗੀ, ਮਨੁੱਖਤਾ ਰਹੇਗੀ, ਸੂਰਜ ਚੰਦ ਰਹਿਣਗੇ, ਧਰਤੀ ਰਹੇਗੀ, ਇਹ ਖਜ਼ਾਨਾ ਇਸੇ ਤਰ੍ਹਾਂ ਹੀ ਭਰਪੂਰ ਰਹੇਗਾ। ਕਿਉਂਕਿ ਸੱਚ ਦੀ ਦੌਲਤ ਉਹੀ ਹੁੰਦੀ ਹੈ ਜਿਹੜੀ ਵਰਤਿਆਂ ਖਰਚਿਆਂ ਵਧੇ, ਘਟੇ ਨਾ। ਤੇ ਝੂਠੀ ਦੌਲਤ ਦੀ ਇਹ ਨਿਸ਼ਾਨੀ ਆ ਜਿਹੜੀ ਵਰਤਣ ਖਰਚਣ ਨਾਲ ਘਟ ਜਾਂਦੀ ਆ। ਬਸ ਉਹ ਖਜ਼ਾਨਾ ਸਾਹਿਬ ਨੇ ਅੱਜ 23ਵੀਂ ਪੌੜੀ ਵਿੱਚ ਸਾਡੇ ਸਨਮੁਖ ਰੱਖਿਆ ਹੈ। ਤੋ ਬੜੇ ਪਿਆਰ ਸਹਿਤ ਆਪ ਜੀ ਨੇ ਵੀਰ ਜੀ ਦੀ ਰਸਨਾ ਤੋਂ ਪਾਠ ਸ਼ਰਵਣ ਕੀਤਾ। ਸਾਲਾਹੀ ਸਾਲਾਹ, ਇਹਦਾ ਅਰਥ ਹੈ ਜਦੋਂ ਕੋਈ ਮਨੁੱਖ ਪਰਮਾਤਮਾ ਦੀ ਸਿਫਤ ਕਰਦਾ ਹੈ, ਉਸ ਦੀ ਵਡਿਆਈ ਗਾਉਂਦਾ ਹੈ, ਉਹਦੀ ਮਹਿਮਾ ਵਿੱਚ ਮਗਨ ਹੁੰਦਾ ਹੈ, ਲੀਨ ਹੁੰਦਾ ਹੈ, ਤੇ ਕੀ ਹੁੰਦਾ ਹੈ? ਇਤੀ ਸੁਰਤ ਨਾ ਪਾਈਆ, ਇੰਨੀ ਕੁ ਸਮਝ ਵੀ ਉਸ ਨੂੰ ਨਹੀਂ ਪ੍ਰਾਪਤ ਹੁੰਦੀ। ਭਾਵ ਅਰਥ ਕੀ ਹੈ ਕਿ ਉਹਦਾ ਪਾਰਾਵਾਰ ਮੈਂ ਨਹੀਂ ਜਾਣ ਸਕਦਾ। ਉਹਦੇ ਅੰਦਰ ਇਹ ਸਮਝ, ਇਤੀ ਸੁਰਤ ਨਾ ਪਾਈਆ, ਇੰਨਾ ਕੁ ਗਿਆਨ, ਇੰਨੀ ਕੁ ਸੋਝੀ, ਇੰਨੀ ਕੁ ਸਮਝ ਉਹਦੇ ਅੰਦਰ ਪੈਦਾ ਨਹੀਂ ਹੁੰਦੀ। ਜਦੋਂ ਝਾਤ ਮਾਰ ਕੇ ਵੇਖਦਾ, ਮੈਂ ਕਿਹਾ ਤੇ ਬਹੁਤ ਕੁਝ ਹੈ ਪਰ ਬੜਾ ਥੋੜਾ, ਆਖਿਆ ਤੇ ਬਹੁਤ ਕੁਝ ਹੈ, ਪਰ ਅਸਲ ਵਿੱਚ ਮੈਂ ਸਮਝਦਾ ਸੀ ਕਿ ਮੈਂ ਸਾਰੀ ਦੁਨੀਆ ਵਿੱਚ ਸਾਹਿਬ ਦੀ ਤਾਰੀਫ ਗਾਤੀ, ਪਰ ਜਦੋਂ ਅਗਾਂਹ ਝਾਤ ਮਾਰ ਕੇ ਵੇਖਿਆ ਤੇ ਅਜੇ ਤਿਲ ਮਾਤਰ ਵੀ ਸਿਫਤ ਜਿਹੜੀ ਹੈ ਉਹ ਕਹਿ ਨਾ ਸਕਿਆ। ਇਤੀ ਸੁਰਤ ਨਾ ਪਾਈਆ। ਫਿਰ ਕਹਿੰਦੇ ਨੇ ਵੀ ਨਦੀਆਂ ਅਤੇ ਵਾਹ। ਹੁਣ ਕਿੱਦਾਂ ਪਤਾ ਨਹੀਂ ਚੱਲਦਾ? ਸਿਫਤ ਕਰਨ ਵਾਲੇ ਨੂੰ ਸਿਫਤ ਕਰਨ ਦਾ ਮਤਲਬ ਇਹ ਨਹੀਂ ਵੀ ਪ੍ਰਮਾਤਮਾ ਦਾ ਅੰਤ ਪਾ ਲੈਣਾ। ਸਿਫਤ ਕਰਨ ਵਾਲਾ ਸਿਫਤ ਕਰਦਾ ਕਰਦਾ ਪ੍ਰਮਾਤਮਾ ਦੇ ਵਿੱਚ ਵਿਲੀਨ ਹੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਕਿਵੇਂ? ਸਾਹਿਬ ਨੇ ਅਗਲੀ ਪੰਕਤੀ ਵਿੱਚ ਉਹਦਾ ਜਵਾਬ ਦਿੱਤਾ ਹੈ, ਨਦੀਆਂ ਅਤੇ ਵਾਹ। ਨਦੀਆਂ ਵਾਹ, ਵਾਹੜੇ ਨਾਲੇ ਕਿੱਥੇ ਜਾਂਦੇ ਨੇ? ਨਦੀ ਵਹਿ ਕੇ ਕਿਸ ਤਰਫ ਜਾਂਦੀ ਹੈ? ਸਮੁੰਦਰ ਦੀ ਤਰਫ। ਨਾਲੇ ਵਾਹੜੇ ਵਹਿ ਕੇ ਕਿੱਧਰ ਨੂੰ ਜਾਂਦੇ ਨੇ? ਨਦੀਆਂ ਵਿੱਚ। ਨਦੀਆਂ ਦਾ ਪਾਣੀ ਤੇ ਨਾਲਿਆਂ ਦਾ ਪਾਣੀ ਇਕੱਠਾ ਹੋ ਕੇ ਸਮੁੰਦਰ ਵੱਲ ਰਵਾਨਾ ਹੋ ਗਿਆ। ਤੇ ਹੋਇਆ ਕਿ ਜਦੋਂ ਉਹ ਪਾਣੀ ਨਦੀਆਂ ਤੇ ਨਾਲਿਆਂ ਦਾ ਇਕੱਠਾ ਹੋ ਕੇ ਸਮੁੰਦਰ ਵਿੱਚ ਗਿਆ, ਫਿਰ ਉਹ ਪਛਾਣਿਆ ਨਹੀਂ ਜਾਂਦਾ। ਫਿਰ ਉਹ ਪਾਣੀ ਕਿਹਦਾ ਪਾਣੀ ਅਖਵਾਉਂਦਾ ਹੈ? ਸਮੁੰਦਰ ਦਾ। ਹੁਣ ਸਾਹਿਬ ਕਹਿੰਦੇ ਨੇ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ। ਬਸ ਤਾਰੀਫ ਕਰਨ ਵਾਲਾ ਇਸੇ ਤਰ੍ਹਾਂ ਪਰਮਾਤਮਾ ਦਾ ਅੰਤ ਤਾਂ ਨਹੀਂ ਜਾਣ ਸਕਦਾ।
ਜਿਵੇਂ ਨਦੀਆਂ ਤੇ ਨਾਲਿਆਂ ਦਾ ਜਲ ਸਮੁੰਦਰ ਵਿੱਚ ਗਿਆ, ਸਮੁੰਦਰ ਦਾ ਰੂਪ ਤੇ ਬਣ ਗਿਆ, ਪਰ ਇਹ ਨਹੀਂ ਕਹਿ ਸਕਦਾ ਕਿ ਮੈਂ ਸਮੁੰਦਰ ਦਾ ਅੰਤ ਪਾ ਲਿਆ। ਬਸ ਇਹ ਹੀ ਖੇਡ ਪ੍ਰਮਾਤਮਾ ਦੀ ਸਿਫਤ ਦੀ। ਨਾਲੇ ਨਦੀਆਂ ਸਮੁੰਦਰ ਦਾ ਪਾਰਾਵਾਰ ਨਹੀਂ ਨਾਪ ਸਕਦੀਆਂ, ਉਹਨਾਂ 'ਚ ਇਹ ਸਮਰੱਥਾ ਨਹੀਂ। ਤੁਸੀਂ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਪੜ੍ਹਦੇ ਹੋ ਹਜ਼ੂਰ ਦੇ, ਆਪਾਂ ਕਈ ਵਾਰ ਸਾਂਝੇ ਕਰਨੇ ਆ। ਜਿਉਂ ਮੀਂਹ ਉੱਠੈ ਗਲੀਆਂ ਨਾਲੀਆਂ ਟੋਭਿਆਂ ਕਾ ਜਲ, ਕਿੱਥੇ ਜਾਂਦਾ ਹੈ? ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਕਹਿੰਦੇ ਗੰਗਾ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਹੁਣ ਗੰਦਾ ਨਾਲਾ ਵਹਿ ਕੇ ਗੰਗਾ 'ਚ ਪੈ ਗਿਆ ਤੇ ਸ਼ਰਧਾਲੂ ਗਏ, ਉਹਨਾਂ ਨੇ ਗੰਗਾ ਜਲ ਲਿਆ ਕੇ ਬੋਤਲਾਂ ਦੇ ਵਿੱਚ ਪਾਇਆ, ਕਹਿਣ ਲੱਗੇ ਪਵਿੱਤਰ ਹੈ। ਕਿਉਂ? ਕਿਉਂਕਿ ਗੰਦੇ ਨਾਲੇ ਦਾ ਪਾਣੀ ਗੰਗਾ ਵਿੱਚ ਪੈ ਕੇ ਉਹਨਾਂ ਦੀ ਸਮਝ ਮੁਤਾਬਿਕ, ਇਹ ਗੁਰਮਤ ਨਹੀਂ ਹੈ। ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਹੈ? ਸਿਰਫ ਇੱਕ ਉਦਾਹਰਣ ਦੇ ਤੌਰ ਤੇ ਸਤਿਗੁਰਾਂ ਨੇ ਇਹ ਬਚਨ ਇਸਤੇਮਾਲ ਕੀਤੇ ਹੈ। ਇੱਥੇ ਸਿੱਧ ਨਹੀਂ ਕਰ ਰਹੇ ਵੀ ਗੰਗਾ ਜਲ ਪਵਿੱਤਰ ਹੈ। ਸਿੱਧ ਕੀ ਕਰ ਰਹੇ ਨੇ? ਵੀ ਬਾਹਰੋਂ ਗੰਦਾ ਪਾਣੀ ਗੰਗਾ ਵਿੱਚ ਪੈ ਗਿਆ, ਪਰ ਉਹਨੂੰ ਲੋਕਾਂ ਨੇ ਗੰਗਾ ਜਲ ਜਾਨੀ ਪਵਿੱਤਰ ਕਰਕੇ ਹੀ ਮੰਨਿਆ। ਇਸੇ ਤਰ੍ਹਾਂ ਕਬੀਰ ਸਾਹਿਬ ਨੇ ਵੀ ਆਪਣੀ ਰਚਨਾ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਹੁਣ ਇਹਦਾ ਅਰਥ ਇਹ ਨਾ ਕਰ ਲੈਣਾ ਕਿ ਗੰਗਾ ਦਾ ਜਲ ਪਵਿੱਤਰ ਹੈ, ਕਿਉਂਕਿ ਸਮਝਾਉਣਾ ਕੀ ਚਾਹੁੰਦੇ ਆ? ਹੁਣ ਗੰਗਾ ਜਲ ਨੂੰ ਪਵਿੱਤਰ ਮੰਨ ਲਿਆ ਲੋਕਾਂ ਨੇ, ਪਰ ਕਹਿੰਦੇ ਜੇ ਮੰਨ ਲਈਏ ਕਿ ਗੰਗਾ ਜਲ ਪਵਿੱਤਰ ਹੈ ਤਾਂ ਨਹੀਂ, ਜੇ ਮੰਨ ਲਈਏ ਕਿ ਗੰਗਾ ਜਲ ਪਵਿੱਤਰ ਹੈ ਤੇ ਕਬੀਰ ਸਾਹਿਬ ਕਹਿੰਦੇ ਹੁਣ ਮਨ ਹੀ ਰੱਬ ਦੀ ਸਿਫਤ ਕਰ ਕਰਕੇ ਇੰਨਾ ਪਵਿੱਤਰ ਹੋ ਗਿਆ, ਹੁਣ ਗੰਗਾ ਜਲ ਦੀ ਲੋੜ ਹੀ ਨਹੀਂ ਰਹੀ, ਗੰਗਾ ਜਲ ਦੀ ਜ਼ਰੂਰਤ ਹੀ ਨਹੀਂ ਰਹੀ। ਇਹ ਤੇ ਜ਼ਰੂਰਤ ਉਦੋਂ ਤੱਕ ਸੀ ਜਦੋਂ ਤੱਕ ਗੱਲ ਸਮਝ ਨਹੀਂ ਆਈ। ਜਿੱਦਣ ਗੱਲ ਖਾਨੇ ਪੈ ਗਈ, ਜਿੱਦਣ ਗੱਲ ਜ਼ਿਹਨ 'ਚ ਵਸ ਗਈ, ਜਿੱਦਣ ਇਹ ਹਿਰਦੇ ਵਿੱਚ ਘਰ ਕਰ ਗਈ, ਉਦੋਂ ਬਾਅਦ ਉਹਦੀ ਜ਼ਰੂਰਤ ਨਹੀਂ। ਤੇ ਸਾਰੇ ਕਰਮ ਕਾਂਡ ਬੰਦਾ ਉਨਾ ਚਿਰ ਹੀ ਕਰਦਾ ਜਿੰਨਾ ਚਿਰ ਗੱਲ ਸਮਝ ਨਹੀਂ ਆਉਂਦੀ। ਜਿੱਦਣ ਗੱਲ ਸਮਝ ਆ ਗਈ ਉਦਣ ਕਰਮ ਕਾਂਡ ਆਪੇ ਹੀ ਛੁੱਟ ਜਾਂਦੇ ਆ। ਉਦਣ ਝੂਠੀ ਪਵਿੱਤਰਤਾ, ਝੂਠੇ ਦਾਅਵੇ ਆਪਣੇ ਆਪ ਸਮਾਪਤ ਹੋਣੇ ਸ਼ੁਰੂ ਹੋ ਜਾਂਦੇ ਹੈ, ਕਿਉਂਕਿ ਅੰਦਰ ਜੋ ਪਾਵਨ ਹੋ ਗਿਆ ਹੈ। ਤੋ ਸਾਹਿਬ ਜੀ ਆਪਣੀ ਅੰਮ੍ਰਿਤ ਰਸਨਾ ਨਾਲ ਇਹ ਬਖਸ਼ਿਸ਼ਾਂ ਕਰਦੇ ਨੇ। ਮੈਂ ਪੰਕਤੀਆਂ ਫਿਰ ਦੁਹਰਾ ਦਿਆਂ। ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਐ। ਹੁਣ ਤੁਸੀਂ ਪੜੋ ਅੰਮ੍ਰਿਤ ਬਾਣੀ, ਗੁਰੂ ਪਾਤਸ਼ਾਹ ਦੀ ਅਮੋਲਕ ਬਚਨ, ਜਿਸ ਵਿੱਚ ਸਾਨੂੰ ਇਹ ਖੁਲਾਸਾ ਕਰਕੇ ਦੱਸਣਗੇ ਹਜ਼ੂਰ ਕਿ ਉਸਤਤ ਕਰੋ, ਮੰਗਲਾ ਚਰਨ ਪੜਿਆ, ਉਸਤਤ ਕਰੋ ਸਦਾ ਪ੍ਰਭ ਆਪਣੇ, ਮਤ ਕਿਤੇ ਤੇਰੇ ਮਨ 'ਚ ਕੋਈ ਭੁਲੇਖਾ ਪੈ ਜਾਏ ਤੇ ਤੂੰ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੀ ਤਾਰੀਫ ਕਰਨ ਲੱਗ ਪਏ। ਵੇਖੀ ਉਸ ਮਾਲਕ ਦੇ ਸਾਹਮਣੇ ਬਹਿ ਕੇ ਕਦੇ ਕਦੇ ਮਨੁੱਖ ਦੀ ਤਾਰੀਫ ਕਰਦਾ ਨਜ਼ਰ ਆਉਂਦਾ। ਔਰ ਅਸੀਂ ਇਹ ਆਮ ਵੇਖਦੇ ਹੀ ਹੈ ਕਿ ਬੰਦਾ ਚਾਰ ਸ਼ਬਦ ਹੀ ਚੰਗੇ ਬੋਲਦਾ, ਲੋਕ ਤਾਰੀਫ ਕਰਨੀ ਸ਼ੁਰੂ ਕਰ ਦਿੰਦੇ। ਕੋਈ ਬੰਦਾ ਥੋੜਾ ਜਿਹਾ ਪੁੰਨ ਦਾਨ ਧਰਮ ਕਰਮ ਕਰ ਲੈ, ਲੋਕ ਤਾਰੀਫ ਕਰਨੀ ਸ਼ੁਰੂ ਕਰ ਦਿੰਦੇ। ਮੁਬਾਰਕ ਹੈ ਕਿਸੇ ਦੀ ਹੌਸਲਾ ਅਫਜ਼ਾਈ ਕਰਨੀ, ਬੁਰੀ ਗੱਲ ਨਹੀਂ, ਪਰ ਉਹ ਹੌਸਲਾ ਅਫਜ਼ਾਈ ਅਹੰਕਾਰ ਬਣ ਜਾਏ ਤਾਂ ਗਲਤ ਹੈ। ਸਿਫਤ ਦੇ ਯੋਗ ਹੈ, ਸਿਫਤ ਕਹਿ ਦੇਣੀ ਗੁਨਾਹ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਦੋਂ ਆ ਕੇ ਸਿੱਖ ਬਹਿ ਜਾਏ, ਉਸ ਵਕਤ ਤੇਰੀ ਜ਼ੁਬਾਨ ਕੇਵਲ ਗੁਰੂ ਦੀ ਸਿਫਤ ਕਰੇ, ਗੁਰੂ ਦੇ ਸਾਹਮਣੇ ਨਹੀਂ, ਗੁਰੂ ਦੀ ਹਜ਼ੂਰੀ 'ਚ ਨਹੀਂ। ਵੇਖੋ ਕਈ ਲੋਕ, ਕਈ ਵਾਰ ਸਾਡੇ ਚੰਗੇ ਚੰਗੇ ਵਿਦਵਾਨ ਮਹਾਨ ਪੁਰਸ਼ ਜਿਨ੍ਹਾਂ ਦਾ ਦੁਨੀਆ ਵਿੱਚ ਚੰਗਾ ਨਾਮਣਾ ਹੈ, ਉਹ ਆਉਂਦੇ ਨੇ ਤੇ ਲੋਕ ਝੁੱਕ ਕੇ ਗੋਡੀਆਂ ਹੱਥ ਲਾ ਦਿੰਦੇ। ਮੈਂ ਬੇਨਤੀ ਕਰਦਾ ਨਾ, ਸਤਿਕਾਰ ਵਜੋਂ ਕਿਸੇ ਨੇ ਕਰ ਲਿਆ ਕੋਈ ਗੁਨਾਹ ਨਹੀਂ ਹੁੰਦਾ, ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਕਿਰਿਆ ਕਰਦੇ ਹੋ ਤੇ ਅਸੀਂ ਗੁਨਾਹਗਾਰ ਹੋ ਗਏ। ਉਸ ਤਰ੍ਹਾਂ ਤੇ ਸਾਡਾ ਬਜ਼ੁਰਗ ਵੱਡਾ ਹੋਵੇ ਤੇ ਅਸੀਂ ਉਹਦੇ ਵੀ ਗੋਡੀ ਝੁੱਕ ਕੇ ਹੱਥ ਲਾ ਹੀ ਦਿੰਦੇ ਹਾਂ ਨਾ। ਇੱਕ ਸਨਮਾਨ ਦੀ ਦ੍ਰਿਸ਼ਟੀ ਨਾਲ ਸਿੱਖ ਦੇ ਅੰਦਰ ਇਹ ਸੋਚ ਬਣੀ ਰਹੇ ਕਿ ਮੈਂ ਜਿੱਥੇ ਮਸਤਕ ਝੁਕਾਣਾ ਹੈ ਉੱਥੇ ਇਹ ਭਾਵਨਾ ਨਾ ਹੋਵੇ ਕਿ ਮੈਂ ਇਹਨੂੰ ਕੋਈ ਗੁਰੂ ਪੀਰ ਜਾਂ ਇਹਨੂੰ ਰੱਬ ਸਮਝ ਕੇ ਮੈਂ ਨਮਸਕਾਰ ਕਰ ਰਿਹਾ। ਸਤਿਕਾਰ ਵਜੋਂ ਕਿਸੇ ਦੇ ਗੁਣ ਨੂੰ,
ਕਿਸੇ ਮਨੁੱਖ ਦੀ ਵੱਡੀ ਉਮਰਾਂ ਨੂੰ ਇਹ ਮੱਦੇ ਨਜ਼ਰ ਰੱਖ ਕੇ ਬੇਸ਼ੱਕ ਕੋਈ ਬੰਦਾ ਝੁਕੇ ਤੇ ਗੱਲ ਵੱਖਰੀ ਏ, ਪਰ ਜਦੋਂ ਵੀ ਝੁਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ। ਕਈ ਵਾਰ ਮੈਂ ਵੇਖਣਾ ਸਾਡੇ ਕੀਰਤਨੀਏ ਆਉਂਦੇ ਨੇ ਜਿਨ੍ਹਾਂ ਦਾ ਚੰਗਾ ਨਾਮਣਾ ਹੈ, ਦੁਨੀਆ ਬੜੀ ਏ ਪਿੱਛੇ, ਉਹ ਜਦੋਂ ਉੱਠ ਕੇ ਸਟੇਜ ਤੋਂ ਜਾਂਦੇ ਨੇ ਤੇ ਲੋਕ ਗੁਰੂਦੁਆਰੇ ਦੇ ਹਾਲ ਦੇ ਅੰਦਰ ਹੀ ਉਹਨਾਂ ਲੋਕਾਂ ਦੇ ਪੈਰੀਂ ਹੱਥ ਲਾਈ ਜਾਂਦੇ ਆ। ਇਹ ਯੋਗ ਨਹੀਂ ਹੈ। ਆਪਣੇ ਗੁਰੂ ਦੇ ਸਨਮੁਖ ਬੈਠਾ ਤੇ ਨਾਲੇ ਪੜ੍ਹਦਾ ਵੀ ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਦੂਜੇ ਪਾਸੇ ਹੋਰ ਨੂੰ ਵੱਡਾ ਮੰਨ ਕੇ ਮੱਥਾ ਟੇਕੀ ਜਾਂਦਾ। ਜਦੋਂ ਸਿਫਤ ਕਰੇ ਤਾਂ ਉਸ ਵਕਤ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਚੇ ਨਿਰੰਕਾਰ ਦੀ, ਸੱਚੀ ਬਾਣੀ ਦੀ, ਸੱਚੇ ਸਾਹਿਬ ਦੀ ਤਾਰੀਫ ਕਰੇ ਤਾਂ ਤੈਨੂੰ ਸਮਝ ਆਏਗੀ ਕਿ ਜਦੋਂ ਕੋਈ ਨਦੀ ਨਾਲਾ ਜਾਂਦਾ ਹੈ ਸਮੁੰਦਰ ਵਿੱਚ ਤਾਂ ਉਹ ਫਿਰ ਸਮੁੰਦਰ ਅਖਵਾਉਂਦਾ ਹੈ। ਜੇ ਤੂੰ ਸੱਚਮੁੱਚ ਨਿਰੰਕਾਰ ਵਰਗਾ ਹੋਣਾ ਚਾਹੁੰਦਾ ਹੈ ਫਿਰ ਮਨੁੱਖਤਾ ਦੀ ਤਾਰੀਫ ਤਿਆਗ ਕੇ ਤੇ ਮਾਲਕ ਦੀ ਸਿਫਤ ਵਿੱਚ ਜੁੜ ਜਾ। ਹੁਣ ਇੱਕ ਬਚਨ ਸਾਹਿਬ ਨੇ ਆਪਣੀ ਬਾਣੀ 'ਚ ਵਰਤਿਆ, ਕਹਿਣ ਲੱਗੇ ਜੋ ਮਾਨੁਖ ਕੀ ਸੇਵਾ। ਇਹ ਪੋਜ਼ਿਟਿਵ ਸ਼ਬਦ ਇਸਤੇਮਾਲ ਕੀਤਾ। ਸੇਵਾ ਕਰਨੀ ਬੁਰੀ ਨਹੀਂ ਹੈ, ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇੱਥੇ ਇਸ਼ਾਰਾ ਹੈ। ਪੁੱਛਿਆ ਮਹਾਰਾਜ ਉਹਦੇ ਨਾਲ ਕੀ ਹੋ ਜਾਂਦਾ ਹੈ? ਕਹਿਣ ਲੱਗੇ ਮਨੁੱਖ ਦੀ ਮੈਂ ਖਤਮ ਹੋ ਜਾਂਦੀ ਹੈ ਵੀ ਮੈਂ ਲੈ ਲਵਾਂ। ਜਦੋਂ ਬੰਦਾ ਆਪਣੇ ਹੱਥੀਂ ਮਨੁੱਖਤਾ ਦੀ ਸੇਵਾ ਕਰਦਾ ਹੈ ਪਰ ਇਹ ਸਮਝ ਕੇ ਕਿ ਰੱਬ ਦੇ ਬਣਾਏ ਹੋਏ ਸਾਰੇ ਬੰਦੇ ਹੈ, ਮੈਂ ਇਹਨਾਂ ਦੀ ਸੇਵ ਕਰਨੀ ਹੈ, ਤਾਂ ਰੱਬ ਦੇ ਬੰਦੇ ਸਮਝ ਕੇ ਸੇਵਾ ਕਰਨੀ ਹੈ, ਰੱਬ ਸਮਝ ਕੇ ਸੇਵਾ ਨਹੀਂ ਕਰਨੀ। ਰੱਬ ਸਮਝ ਕੇ ਨਹੀਂ ਕਿ ਇਹ ਮੇਰਾ ਰੱਬ ਹੈ, ਮੇਰਾ ਭਗਵਾਨ ਹੈ, ਮੇਰਾ ਗੁਰੂ ਹੈ, ਨਹੀਂ। ਆ ਪਰਸੋਂ ਜਦੋਂ ਮੈਂ ਆਇਆ ਹਾਜ਼ਰੀ ਭਰਨ ਵਾਸਤੇ ਤੇ ਗੁਰਮੁਖ ਮਿਲੇ ਬਾਹਰ, ਮੈਨੂੰ ਕੋਈ ਕਾਰਜ ਝੜਕਿਆ ਹੋਣਾ, ਕਿਸੇ ਆਏ ਹੋਏ ਵਿਚਾਰਕ ਪ੍ਰਚਾਰਕ ਕੋਲ ਬੇਨਤੀ ਕੀਤੀ ਹੋਣੀ ਉਹਨਾਂ ਨੇ ਵੀ ਆਹ ਸਾਡਾ ਕਾਰਜ ਰੁਕ ਰਿਹਾ। ਉਹ ਕਹਿੰਦੇ ਕੋਈ ਗੱਲ ਨਹੀਂ, ਗੁਰੂ ਸਾਹਿਬ ਕਿਰਪਾ ਕਰਨਗੇ, ਜਿਵੇਂ ਤੇਰਾ ਕਾਰਜ ਵਿਗੜਿਆ ਉੱਦਾਂ ਰਾਸ ਹੋ ਜਾਏਗਾ। ਹੁਣ ਸਹਿਜ ਸੁਭਾਏ ਬੰਦਾ ਕਹਿੰਦਾ ਹੀ ਹੈ। ਉਹ ਕਾਰਜ ਉਹਨਾਂ ਦਾ 8ਵੇਂ ਦਿਨ ਰਾਸ ਹੋ ਗਿਆ। ਹੁਣ ਵੀ ਸੰਗਤ 'ਚ ਬੈਠੇ ਨੇ ਤੋ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਮੈਂ ਸਿਰਫ ਬੇਨਤੀ ਤਾਂ ਕਰ ਰਿਹਾ ਕਿ ਸੁਚੇਤ ਰਹੀਏ। ਇਹ ਸ਼ਬਦ ਹੀ ਸਾਨੂੰ ਡੰਮ ਪੂਜਾ ਵੱਲ ਜਾਂਦੇ ਆ, ਸਰੀਰਕ ਪੂਜਾ ਵੱਲ ਜਾਂਦੇ ਆ। ਸਿੱਖ ਨੇ ਸਰੀਰਾਂ ਦੀ ਪੂਜਾ ਕਦੇ ਨਹੀਂ ਕਰਨੀ। ਉਹ ਸ਼ਬਦ ਸੀ ਕਿ ਗੁਰੂ ਮਹਾਰਾਜ ਆਏ ਸੀ, ਉਹਨਾਂ ਨੇ ਬਚਨ ਕਿਹਾ। ਹੁਣ ਇੱਕ ਪ੍ਰਚਾਰਕ ਕੋਈ ਗੁਰੂ ਮਹਾਰਾਜ ਨਹੀਂ ਹੋ ਗਿਆ, ਉਹ ਤੇ ਚੌਂਕੀਦਾਰ ਇਹ ਹੋਕਾ ਦੇ ਰਿਹਾ ਵਿਚਾਰਾ ਬਹਿ ਕੇ ਵੀ ਮੇਰਾ ਗੁਰੂ ਆਹ ਗੱਲ ਕਹਿੰਦਾ ਵੀ ਸੁਣੋ। ਚੌਂਕੀਦਾਰ ਆਇਆ ਹੈ, ਉਹ ਰੱਬ ਨਹੀਂ ਆਇਆ, ਉਹ ਗੁਰੂ ਨਹੀਂ ਆਇਆ, ਉਹ ਤਾਂ ਚੌਂਕੀਦਾਰ ਹੈ। ਮਾਲਕ ਨੇ ਹੁਕਮ ਦਿੱਤਾ ਹੈ ਵੀ ਸੱਜਣਾ ਵੀ ਆਹ ਗਲੀ ਜਿਹੜੀ ਹੈ ਨਾ, ਇਸ ਗਲੀ ਦੇ ਵਿੱਚ ਤੂੰ ਤੋੜੋ ਤੋੜ ਡਾਂਗ ਖੜਕਾਉਂਦੇ ਜਾਣਾ ਤੇ ਉੱਚੀ ਉੱਚੀ ਆਵਾਜ਼ ਦੇਣੀ ਹੈ ਤੇ ਲੋਕ ਸਾਰੇ ਜਿਹੜੇ ਨੇ ਉਹ ਸੁਚੇਤ ਰਹਿਣ ਕਿ ਚੋਰ ਨਾ ਲੱਗ ਸਕੇ। ਤੇ ਜਿਹੜਾ ਪ੍ਰਚਾਰਕ ਹੈ ਉਹ ਤੇ ਇੱਕ ਚੌਂਕੀਦਾਰ ਹੈ, ਉਹ ਹੋਕਾ ਦੇ ਰਿਹਾ ਤੇ ਹੋਕਾ ਦੇਣ ਵਾਲਾ ਕੋਈ ਮਾਲਕ ਨਹੀਂ ਬਣ ਜਾਂਦਾ ਵੀ ਉਹ ਘਰ ਦਾ ਮਾਲਕ ਬਣ ਗਿਆ, ਹੁਣ ਉਹਨੇ ਘਰ ਦੀ ਰਖਵਾਲੀ ਕਰ ਲਈ ਹੈ, ਘਰ ਦੇ ਸੰਬੰਧ 'ਚ ਉਹਨੇ ਸੁਚੇਤ ਕਰਤਾ ਲੋਕਾਂ ਨੂੰ, ਚੋਰੀ ਤੋਂ ਬਚਾ ਲਿਆ ਤੇ ਉਹ ਮਾਲਕ ਥੋੜਾ ਬਣ ਗਿਆ। ਚੌਂਕੀਦਾਰ ਤੇ ਚੌਂਕੀਦਾਰ ਹੀ ਰਹੇਗਾ। ਤਾਈਓ ਅੰਮ੍ਰਿਤ ਬਾਣੀ ਕਹਿੰਦੀ ਆਪਣੇ ਸੇਵਕ ਕੋ ਕਬੂ ਨਾ ਵਿਸਾਰੋ, ਉਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਮੇਰੀ ਪੁਰਬਲੀ ਪ੍ਰੀਤ ਨੂੰ ਮੱਦੇ ਨਜ਼ਰ ਰੱਖ ਕੇ ਸਾਹਿਬ ਜੀ ਕਿਰਪਾ ਕਰ ਦਿਓ, ਮੈਨੂੰ ਕਦੇ ਵੀ ਆਪਣੇ ਚਿੱਤ ਚੋਂ ਵਿਸਾਰੋ ਨਾ, ਕਿਉਂਕਿ ਮੈਂ ਤੁਹਾਡਾ ਸੇਵਕ ਹਾਂ। ਇਹੋ ਜਿਹੇ ਪਿਆਰ ਵਾਲੇ ਸੇਵਕ ਕਹਿੰਦੇ ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਹੈ। ਤੋ ਜਿਸ ਦੇ ਅੰਦਰ ਸੇਵਕੀ ਭਾਵ ਬਣਿਆ ਰਹੇਗਾ ਉਹ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਵਾਨ ਹੋ ਜਾਏਗਾ। ਤੇ ਜਿਹਦੇ ਅੰਦਰ ਸੇਵਕੀ ਭਾਵ ਨਹੀਂ, ਮਾਲਕ ਬਣਨ ਦੀ ਇੱਛਾ ਹੈ, ਉਹ ਪ੍ਰਿਥੀ ਚੰਦ ਹੋ ਸਕਦਾ ਹੈ, ਉਹ ਰਾਮ ਰਾਏ ਹੋ ਸਕਦਾ ਹੈ, ਉਹ ਧੀਰਮਲ ਹੋ ਸਕਦਾ ਹੈ, ਉਹ ਸ਼੍ਰੀ ਹਰਕ੍ਰਿਸ਼ਨ ਸਾਹਿਬ ਨਹੀਂ ਹੋ ਸਕਦਾ, ਉਹ ਹਰ ਰਾਏ ਸਾਹਿਬ ਨਹੀਂ ਹੋ ਸਕਦਾ, ਉਹ ਗੁਰੂ ਅਰਜਨ ਸਾਹਿਬ ਨਹੀਂ ਹੋ ਸਕਦਾ। ਗੁਰੂ ਅਰਜਨ ਸਾਹਿਬ ਦੇ ਅੰਦਰ ਮਾਲਕ ਬਣਨ ਦੀ ਇੱਛਾ ਨਹੀਂ, ਪ੍ਰਿਥੀ ਚੰਦ ਦੇ ਅੰਦਰ ਇੱਛਾ ਸੀ। ਗੁਰੂ ਕੀ ਸੰਗਤ ਤਾਰੀਫ ਉਹਦੀ ਕਰਨੀ ਹੈ ਜਿਹੜਾ ਤਾਰੀਫ ਦੇ ਯੋਗ ਹੈ। ਤੋ ਯੋਗ ਕੌਣ ਹੈ? ਇਸ ਦੁਨੀਆ 'ਚ ਇੱਕੋ ਹੀ ਹੈ, ਬਾਕੀ ਸਭ 'ਚ ਖਾਮੀਆਂ ਹੁੰਦੀਆਂ ਨੇ। ਜਿਹੜਾ ਸਰੀਰ ਪਾ ਕੇ ਆਇਆ ਉਹ 'ਚ ਕੋਈ ਨਾ ਕੋਈ ਖਾਮੀ ਲੱਭ ਹੀ ਜਾਣੀ ਹੈ। ਜੇ 5 7 10 ਗੁਣ ਹੋਣਗੇ ਤੇ 2 4 ਕਮੀਆਂ ਵੀ ਤੇ ਨਾਲ ਹੋਣਗੀਆਂ ਨਾ। ਗੁਣ ਔਗਣ ਸਮਾਨ ਚੱਲਦੇ ਨੇ। ਤੋ ਜਿੱਥੋਂ ਸਾਨੂੰ ਸਿਫਤ ਕਰਕੇ ਕੱਲ ਖੇਦ ਪਹੁੰਚ ਸਕਦਾ, ਦੁੱਖ ਪਹੁੰਚ ਸਕਦਾ। ਮੈਂ ਕਈ ਵਾਰ ਅਰਜ਼ ਕਰਦੇ ਨਾ ਉਹਨਾਂ ਖੁੱਲੇ ਸ਼ਬਦਾਂ 'ਚ ਵੀ ਆਸਾ ਰਾਮ ਨੂੰ ਬੜੇ ਲੋਕਾਂ ਨੇ ਪੂਜਿਆ,
ਪਰ ਜਿੱਦਣ ਉਹਦਾ ਪਾਪ ਪ੍ਰਗਟ ਹੁੰਦਾ ਹੈ, ਉਦਣ ਲੋਕ ਜਿਹੜੇ ਸ਼ਰਧਾਲੂ ਸਨ, ਹਿਰਦੇ ਨੂੰ ਠੇਸ ਲੱਗੀ ਨਾ। ਤੇ ਜੇ ਸ਼ਬਦ ਨਾਲ ਜੁੜੇ ਹੁੰਦੇ ਤੇ ਇਹ ਠੇਸ ਕਦੇ ਨਾ ਲੱਗਦੀ। ਸਰੀਰ ਨਾਲ ਜੁੜ ਗਏ ਨਾ। ਜਦੋਂ ਸਰੀਰ ਨਾਲ ਕੋਈ ਮਨੁੱਖ ਜੁੜੇਗਾ, ਅੱਜ ਜਾਂ ਕੱਲ ਉਹਦੀ ਕੋਈ ਕਮੀ ਸਾਡੀ ਨਜ਼ਰ ਦੇ ਸਾਹਮਣੇ ਆਏਗੀ ਤੇ ਕੀ ਹੋਵੇਗਾ? ਸਾਡਾ ਹਿਰਦਾ ਦੁਖੇਗਾ। ਤੇ ਫਿਰ ਸ਼ਬਦ ਨਾਲ ਜੁੜ ਜਾ ਸਜਣਾ, ਉਸ ਵਿਚਾਰ ਨਾਲ ਜਿਹਦੇ ਨਾਲ ਜੁੜਿਆ ਕਦੇ ਹਿਰਦਾ ਦੁਖਣਾ ਹੀ ਨਹੀਂ, ਉਹਨੇ ਆਨੰਦ ਹੀ ਆਨੰਦ 'ਚ ਰਹਿਣਾ। ਤੋ ਫਿਰ ਗਾ ਲਿਆ ਕਰ ਆਪਣੀ ਰਸਨਾ ਤੋਂ, ਹਉ ਕਿਆ ਸਲਾਹੀ ਕਿਰਮ ਜੰਤ, ਮੈਂ ਤੇ ਇੱਕ ਕੀੜਾ ਹਾਂ, ਕੋਈ ਪਾਇਆ ਥੋੜਾ ਹੀ ਹੈ ਸਾਡੀ। ਮਾਲਕ ਤੇਰੇ ਸਾਹਮਣੇ ਸਾਡੀ ਕੋਈ ਹਸਤੀ ਨਹੀਂ। ਇੱਥੇ ਤਾਂ ਮਿਟਾ ਦੇ ਆਪਣੀ ਹਸਤੀ को, अगर कुछ मर्तबा चाहिए, चाहना है कोई मुरातबा तो मिटा हस्ती नू। क्यों? कहने लगे दाना खाक में मिलकर गुले गुलजार होता है। जदों दाना मिट्टी विच मिलेगा तो उन्हें कल बगीची बनना है, ते जे दाना मिट्टी विच ना मिले तो बगीची नहीं बनेगा। ते इत्थे आप गवाइए तां शह पाइए और कैसी चतुराई, होर किहड़ी सियाणप इस्तेमाल करेंगे। आप गवाइए तां शह पाइए और कैसी चतुराई, शह नदर कर देखा है फिर उड़ीक करनी आ, अपना आप गवाता है। तो ये नहीं कि हंकारी हो गया जी मैं तो अपना आप मार सुटिया तुहाडे पिछे तुसां कुछ कीता ही नहीं, ये नहीं। उत्थे फिर उड़ीक करनी है। शह नदर कर देखा है, वो कदे ते मेरे वाल तिरछी जी दृष्टि नाल देख लवे, जिद्दण वो एक दृष्टि तिरछी जी मेरे ते पाएगा मैं माला माल हो जाना। उदन ते कह देंगे किरपा कटाख, तिरछी नजर नाल वेखना। किरपा कटाख अवलोकन कीनो ते की कर देंदा है, दास का दुख बिदारियो, हर जन राखे गुर गोविंद, की कर देंदा है वो, कंठ लाए अवगन सब मेटै, दयाल पुरख बख्शिंद। वो ते बख्शां दा खजाना, वो तो डोल रहा है। पर ओदियां बख्शिशां लैण लई तू दुनिया की तारीफ छड्ड के मालिक की तारीफ विच अपने मन नूं वलीन कर लै, सिफत सलाह विच जुड़। तू आखिया कर सिफती रत्ता सद बैरागी, जूए जन्म ना हारै। गुरु नानक साहब भरथरी नाल गल करदियां कहिंदे आ ना, सिफती रत्ता सद बैरागी, जूए जन्म ना हारै, कहो नानक सुन भरथर जोगी, खीवा अमृत धारे। तू नाम अमृत दी धार विच खीवा हो जा, मस्त हो जा, मस्ताना बन जा, तेरियां चिंतावां तेरे कोल नहीं रहणगियां। तो गुरु साहिब आखन लगे सलाह ही सलाह, इती सुरत ना पाई। इन्नी क भी साडे अंदर समझ पैदा नहीं हो सकती सिफत कर करके कि मालिक किड्डा वड्डा है, ये नहीं असी जान सकते। तुसीं लख यतन करो, सिफत जिन्नी मर्जी कर लो, पर मालिक दे वडियाई नूं असी पूर्ण तौर ते समझ नहीं सकते, पर उहदी महिमा गा के अपना हिरदा शीतल कर सकते हैं, ठंडा कर सकते हैं। तो सिफती रत्ता सद बैरागी, सदा आनंद विच, सदा मगन, सदा खुशी विच, सदा खेड़े विच, उहनूं कदे खेद नहीं व्यापदा। एक बचन किसी अदीब का लिखिया, नाम ते लिखिया नाल भलियां दे गुरदास, पर भाई गुरदास जी की रचना में बचन मैनू किते लभा नहीं। उन्होंने दे कवित भी पढ़े है, उन्हों दियां वारां भी पढ़ियां ने सारियां, पर यह बचन किते लभा नहीं। हो सकता है उन्हों की किते बाहर बाणी होवे जां किसी कवि ने उन्हों का नाम इस्तेमाल करके लिखी होवे, पर शब्द बड़े प्यारे ने, मैं साझे करने चाहना। तारीफ के संबंध विच, उस्तत के संबंध विच शब्द ने, वो कहते एक ही शरीर के जे होवा मैं करोड़ बप। बप कहने हैं शरीर, अलग अलग शरीर बन जान, एक शरीर दे करोड़ां शरीर हो जान। सिफत करन दा अंदाज दसदे ने, अकाउंटिंग आपे कर लेना, मेरे तो नहीं होनी। बड़ी विशाल गल लिखी है उस सज्जन ने। वो कहंदा मेरा एक शरीर है ते मेरे शरीर दे करोड़ां शरीर बन जान। जिवें शेषनाग के संबंध में यह गल प्रचलित है कि वह अपनियां 1000 फनां नाल सिफत करता है, जां 6 फनां नाल सिफत करता है।
ਸ਼ੇਸ਼ਨਾਗ ਵੈਸੇ ਤੇ 6 ਫੰਨਾਂ ਹੀ ਦਿਖਾਈਆਂ ਹੁੰਦੀਆਂ, ਉਹਦਾ ਉਹਨੂੰ 1000 ਫੰਨਾਂ ਵਾਲਾ ਕਹਿੰਦੇ। ਕਹਿੰਦੇ ਏਕ ਹੀ ਸ਼ਰੀਰ ਕੇ ਜੇ ਹੋਵਾਂ ਮੈਂ ਕਰੋੜ ਬਪ, ਮੇਰੇ ਇੱਕ ਸ਼ਰੀਰ ਤੋਂ ਮਾਲਕ ਕਿਰਪਾ ਕਰੇ ਤੇ ਕਰੋੜਾਂ ਸ਼ਰੀਰ ਇੱਕੋ ਹੀ ਤਰ੍ਹਾਂ ਦੇ ਬਣਾ ਦੇਵੇ। ਤੇ ਫਿਰ ਨਾਲ ਕਹਿੰਦੇ ਇੱਕ ਇੱਕ ਸ਼ਰੀਰ ਉੱਤੇ 7-7 ਕਰੋੜ ਰੋਮ ਉਗਾਏ ਨੇ ਵਾਹਿਗੁਰੂ ਨੇ। ਉਹਨਾਂ ਦੀ ਆਪਣੀ ਸਮਝ ਨਾਲ ਉਹ ਕਹਿੰਦੇ ਨੇ ਇੱਕ ਸ਼ਰੀਰ ਉੱਤੇ ਕਰੀਬ ਕਰੀਬ 7 ਕਰੋੜ ਰੋਮ ਪੈਦਾ ਕਰ ਦਿੱਤੇ ਗਏ, ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ। एक ही शरीर के जे होवा मैं करोड़ बप, 7-7 करोड़ रोम सब ही शरीर के, एक एक रोम अगे कोट कोट सीस होवे, करोड़ा शरीर बन जान ते करोड़ा शरीरां दे उत्ते 7-7 करोड़ रोम ने। फिर कहंदे एक एक रोम अगे करोड़ करोड़ शरीर सीस लग जाए, सिर लग जाए, ते कोट कोट सीस विच मुख होवे चीर के। उन्हां एक एक करोड़ सीसां दे विच करोड़ा करोड़ा जीभ पैदा हो जाए, एक एक करोड़ जीभा पैदा हो जाए। हुण गिनती मेरे तो नहीं होनी, तुसी कर लेना। एक एक रोम अगे कोट कोट सीस होवे, कोट कोट सीस विच मुख होवे चीर के, एक एक मुख विच जीभा होवे कोट कोट। फिर कहंदे कोट कोट जीभा गुण भणे जगदीश के, कहत गुरदास भला तो भी अनजान मत, जस को ना अंत श्री सतगुरु शरीर के। कहते मैं अनजान हाँ, फिर भी जे इन्ना कुछ भी मैनू मिल जाए, मेरे एक शरीर तो करोड़ा बन जान, करोड़ा शरीरों उत्ते खरबां रोमां की गिनती, उन्हां दी गिनती नहीं हो सकती। उन्हां अगे उन्हें उदों करोड़ा वधीक सिर लग जान, उन्होंने असीं मल्टीप्लाई करते जाइए तो मेरा ख्याल है कंप्यूटर के अंकड़े भी खत्म हो जाएंगे, जिहड़े अंदाज में गल कही गई। अंकड़े खत्म हो जाने ने साड़ी गिनती के, कित्थे जाके गिनांगे। कहंदे तो भी अनजान मत, मैं फिर भी थोड़ी मत वाला है वाहिगुरू, तेरी तारीफ करदियां करदियां मैं तारीफ कह नहीं सकता, क्योंकि मेरी जुबान विच एक जुबान विच इन्नी कित्थे समर्था है। हमरी जेबा एक प्रभ हर के गुण अगम अगा, हों क्यों कर मिले इयाणे। असीं अनजान बच्चियां वर्गे हाँ, तेरे नाल सिफत कर करके दसो किवें मिल सकते हैं। साहिब ये तां तू किरपा दृष्टि ही करें तां साडा मन तेरे विच वलीन हो जाए, और असीं समुंदर रूप अकाल पुरख गुरु विच अभेद हो जाइए, उहदे विच समा जाइए, उहदे विच वलीन हो जाइए। इस तरह जदों सिफत विच इंसान जुड़दा है, जिहबा एक उस्तत अनेक, सतपुरख पूर्ण विवेक, काहू बोल ना पहुंचत प्राणी। साडी जुबान कोल इदां दा कोई बोल नहीं जिहड़ा सानू रब तक पहुंचाए। ताइयों ते पुछिया सी अमृत बाणी विच साहिब जी दे पिछे आपां बचन पढ़ के आए हैं भी मेरे दाता मूँह के बोलन बोली है, मैं मूँहों केड़ा बोल बोला सतगुरु, मैनू ते भी नहीं पता। जुबान नाल बोलना चाहना, पर मैं केड़ा बोल बोला जिस बोल दे सदका तुसी मेरी गल नू ध्यान नाल सुन के मेरे नाल प्यार करन लग पो। मूँह के बोलन बोली है जित सुन धरे प्यार। ते साहब ने सानू आखिया, कहन लगे अमृत वेला सच ना हो, तू अमृत वेले जाग के सच्चे नाम की तारीफ विच जुड़ जा, ते जदों उहदी महिमा विच जुड़ेगा सचमुच तेरी गल वकड़ी मालक नाल पै ही जाएगी। ते जदों कोई कवि किसी बगीची दे कोल खलोता होवे, फुल्लां वल देख रहा होवे, ते उहनूं बाणी उतरदी आ। बाणी मतलब गुरु बाणी नहीं, बाणी उहदे अपनी कलाम, उहदे अपने बोल, सिर्फ बाणी शब्द वरतिया मैं। उन्होंने बाणी उतरती है, फुल्लां नूं देखदा है, फुल्लां दी सुंदरता वल तक के ओदी कलम चलन लग पैंदी है, वो आप मुहारा कुछ ना कुछ लिखना शुरू कर दिंदा। उस वक्त उहदे लागों कोई लंघ जाए उन्होंने नहीं पता लगता, उहदे लागे आके कोई खलो जाए उन्होंने नहीं पता लगता। पुछया भी क्यों? कहन लगे फुल दी तारीफ विच पंक्तियां लिखदा लिखदा इन्ना मगन हो गया कि वह फुल विच ही समा गया। वो जिदन कोई रब दा प्यारा रब दी तारीफ नूं इस अंदाज विच करदा है, वो तारीफ करदियां करदियां परमात्मा विच समा जांदा है।
आ कदे दुनिया के लोगों को पुछो जेड़े दुनिया की दुनियावी लोगों की आ मिट्टी के भांडियां की तारीफ करते हैं। तुसीं वेखो उन्हां लोगों को, वो खिलार के पैर दे अंगूठे तो सिर की चोटी तक सारे अंगां की तारीफ करनगे, पर इत्थे अंगां की तारीफ की कोई कीमत रब दे घर नहीं जे पैनी। एक एक अंग घड़िया है ते गाउण वालियां गीतकारां ने जां गाउण वाले गवैयां ने, उन्होंने जदों शरीर के अंगां की तारीफ की तां वो शरीर विच मगन हो गए। वो जिद्दण रब दा प्यारा रब दे गुणां की तारीफ करदा, वो रब विच मगन हो जाता। दोनों च फर्क है ना। जे असी दुनियावी तन की मिट्टी के भांडे की तारीफ करांगे ते उहदे विच अभेद होने का यतन करांगे, जदों रब की सिफत विच बोलांगे बोल, ते फिर रब विच अभेद सुभाविक होवांगे। कामी मनुख किसी सुंदरता नूं देख के सुंदरता की तारीफ करन लग पिया ते उहदे अंदर दी कामना उहनूं उस नदी विच वहा के लै गई। ताइयों भगत जी ने आख्या सी कामी पुरख कामनी प्यारी। पुछया फिर भगती की उदाहरण दे के कहते त्यों नामे प्रीत मुरारी। कामी नूं कामनी प्यारी है, इस्त्री प्यारी है, पर कहते इस तरह नामदेव नूं परमात्मा प्यारा लगता है। क्यों? परमात्मा की तारीफ जो करदा। दुनियावी मनुख ने दुनियावी तन की तारीफ की ते वो तन तक पहुंच गया, ते भगत ने परमात्मा की तारीफ की ते वो भगत तक परमात्मा तक पहुंच गया। जिथे तक पुजना चाहते हो उदां दी सोच लैके तुर पाओ। अपनी मंजिल मिथ लेना, असीं किथे जाना है, निशाना मिथना किथे जाना चाहते हैं। गुरु की संगत ये बिल्कुल हकीकत है। देखो रात बदलती है, ख्वाब बदलते ने, रात नहीं बदलती। कारवां बदलते ने, मंजिल नहीं बदलती। कारवां बदलते ने, मंजिल नहीं बदलती। करिए गोर विचार नानक बेड़ी सच की। करिए गोर